ਸ਼੍ਰੀ ਅਕਾਲ। ਈਜ਼ੀ ਲਰਨਿੰਗ ਪੰਜਾਬੀ ਕਲਾਸਿਸ ਵਿੱਚ ਨੀਲਮ ਰਹੇਜਾ ਵੱਲੋਂ ਤੁਹਾਡਾ ਸਵਾਗਤ ਹੈ। ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸੋ ਕਿਉ ਮੰਦਾ ਆਖੀਏ, ਜਿਹੜੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਰਚੀ ਗਈ ਬਾਣੀ ਹੈ। ਇਸ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਖਿਆ ਹੈ ਕਿ ਮਨੁੱਖੀ ਜੀਵਨ ਦਾ ਜਨਮ ਤੋਂ ਮਰਨ ਤੱਕ ਹਰ ਪੜਾਅ ਇਸਤਰੀ ਨਾਲ ਜੁੜਿਆ ਹੋਇਆ ਹੈ। ਇਸਤਰੀ ਤੋਂ ਹੀ ਬਾਹਰਾ ਕੇਵਲ ਪਰਮਾਤਮਾ ਹੈ, ਯਾਨੀ ਕਿ ਇਸਤਰੀ ਤੋਂ ਬਾਹਰ ਜਿਹੜਾ ਹੈ ਉਹ ਕੇਵਲ ਪਰਮਾਤਮਾ ਹੀ ਹੈ, ਮਨੁੱਖ ਨਹੀਂ। ਚਾਹੇ ਉਹ ਰਾਜੇ ਹਨ, ਚਾਹੇ ਉਹ ਇਸਤਰੀ ਹੈ, ਚਾਹੇ ਉਹ ਔਰਤ ਹੈ, ਉਹ ਸਿਰਫ ਇਸਤਰੀ ਦੀ ਕੁੱਖ ਤੋਂ ਹੀ ਪੈਦਾ ਹੁੰਦੇ ਹਨ। ਇਸ ਕਰਕੇ ਇਸ ਇਸਤਰੀ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ। ਇਸ ਵੀਡੀਓ ਦੇ ਵਿੱਚ ਅੱਜ ਆਪਾਂ ਸੋ ਕਿਉ ਮੰਦਾ ਆਖੀਏ ਦੇ ਪ੍ਰਸ਼ਨ ਉੱਤਰ ਕਰਾਂਗੇ। ਇਸ ਦਾ ਪਹਿਲਾ ਪ੍ਰਸ਼ਨ ਹੈ, ਸੋ ਕਿਉ ਮੰਦਾ ਆਖੀਏ ਸ਼ਬਦ ਬਾਣੀ ਵਿੱਚ ਆਏ ਵਿਚਾਰਾਂ ਦਾ ਸਾਰ ਲਿਖੋ। ਇਸਤਰੀ ਨੂੰ ਬੁਰਾ ਜਾਂ ਨੀਵਾਂ ਆਖਣਾ ਠੀਕ ਨਹੀਂ, ਕਿਉਂਕਿ ਮਨੁੱਖੀ ਜੀਵ ਦਾ ਸਰੀਰ ਉਸੇ ਦੇ ਪੇਟ ਵਿੱਚ ਬਣਦਾ ਅਤੇ ਜਨਮ ਲੈਂਦਾ ਹੈ। ਉਸ ਨਾਲ ਹੀ ਉਸ ਦਾ ਵਿਆਹ ਹੁੰਦਾ ਹੈ ਅਤੇ ਉਸ ਰਾਹੀਂ ਹੀ ਉਸ ਦਾ ਹੋਰਨਾਂ ਨਾਲ, ਹੋਰਨਾਂ ਮਤਲਬ ਦੂਜਿਆਂ ਦੇ ਨਾਲ ਸੰਬੰਧ ਬਣਦਾ ਹੈ। ਇਸਤਰੀ ਰਾਹੀਂ ਹੀ ਸਾਰੇ ਸੰਸਾਰ ਦੀ ਉਤਪਤੀ ਹੁੰਦੀ ਹੈ। ਇੱਥੋਂ ਤੱਕ ਕਿ ਰਾਜੇ ਵੀ ਉਸੇ ਤੋਂ ਹੀ ਜਨਮ ਲੈਂਦੇ ਹਨ। ਜੇਕਰ ਇਸਤਰੀ ਮਰ ਜਾਵੇ ਤਾਂ ਮਨੁੱਖ ਹੋਰ ਇਸਤਰੀ ਭਾਲਦਾ ਹੈ। ਭਾਲਦਾ ਦਾ ਮਤਲਬ ਲੱਭਦਾ ਹੈ। ਗੱਲ ਕਿ ਇਸਤਰੀ ਤੋਂ ਬਿਨਾਂ ਮਨੁੱਖੀ ਹੋਂਦ ਸੰਭਵ ਨਹੀਂ। ਇੱਕ ਰੱਬ ਹੀ ਹੈ, ਇੱਕ ਪਰਮਾਤਮਾ ਹੀ ਹੈ ਜਿਹੜਾ ਇਸਤਰੀ ਤੋਂ ਬਿਨਾਂ ਹੈ। ਭਾਵੇਂ ਮਨੁੱਖ ਹੈ ਜਾਂ ਇਸਤਰੀ, ਜਿਹੜਾ ਵੀ ਉਸ ਪਰਮਾਤਮਾ ਦੇ ਗੁਣ ਗਾਉਂਦਾ ਹੈ ਉਹ ਭਾਗਾਂ ਵਾਲਾ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਸੋ ਕਿਉ ਮੰਦਾ ਆਖੀਏ ਸ਼ਬਦ ਬਾਣੀ ਵਿੱਚ ਕੀ ਮਹਾਨਤਾ ਦੱਸੀ ਗਈ ਹੈ, ਇਸ ਦਾ ਵਰਣਨ ਸੰਖੇਪ ਦੇ ਵਿੱਚ ਕਰੋ। ਜਾਂ ਇਸ ਨੂੰ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ, ਸੋ ਕਿਉ ਮੰਦਾ ਆਖੀਏ ਸ਼ਬਦ ਬਾਣੀ ਵਿੱਚ ਗੁਰੂ ਜੀ ਨੇ ਮਨੁੱਖੀ ਜੀਵਨ ਵਿੱਚ ਇਸਤਰੀ ਦੇ ਮਹੱਤਵ ਨੂੰ, ਯਾਨੀ ਕਿ ਇਸਤਰੀ ਦੀ ਇੰਪੋਰਟੈਂਸ ਨੂੰ ਕਿਵੇਂ ਦਰਸਾਇਆ ਹੈ। ਇਸ ਦਾ ਉੱਤਰ ਆਵੇਗਾ, ਸੋ ਕਿਉ ਮੰਦਾ ਆਖੀਏ ਬਾਣੀ ਵਿੱਚ ਗੁਰੂ ਜੀ ਨੇ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਮਹਾਨਤਾ ਨੂੰ ਦਰਸਾਉਂਦਿਆਂ ਕਿਹਾ ਹੈ ਕਿ ਇਸਤਰੀ ਤੋਂ ਬਿਨਾਂ ਮਨੁੱਖ ਦੀ ਹੋਂਦ ਸੰਭਵ ਨਹੀਂ। ਉਸ ਦਾ ਸਰੀਰ ਇਸਤਰੀ ਦੇ ਪੇਟ ਦੇ ਵਿੱਚ ਹੀ ਬਣਦਾ ਹੈ ਅਤੇ ਉਸ ਤੋਂ ਹੀ ਉਹ ਜਨਮ ਲੈਂਦਾ ਹੈ। ਇਸਤਰੀ ਨਾਲ ਹੀ ਮਨੁੱਖ ਦੀ ਕੁੜਮਾਈ, ਵਿਆਹ ਹੁੰਦਾ ਹੈ ਅਤੇ ਉਸਦੇ ਹੋਰਨਾਂ ਲੋਕਾਂ ਨਾਲ ਸੰਬੰਧ, ਰਿਸ਼ਤੇ ਬਣਦੇ ਹਨ, ਜਿਵੇਂ ਕਿ ਚਾਚੀ, ਤਾਇਆ, ਤਾਈ, ਸੱਸ, ਨੂੰਹ। ਇਹ ਸਾਰੇ ਰਿਸ਼ਤੇ ਜਿਹੜੇ ਹਨ ਉਹ ਵਿਆਹ ਤੋਂ ਬਾਅਦ ਹੀ ਇਸਤਰੀ ਦੇ ਬਣਦੇ ਹਨ। ਇਸਤਰੀ ਮਰ ਜਾਵੇ ਤਾਂ ਮਨੁੱਖ ਹੋਰ ਇਸਤਰੀ ਦੀ ਭਾਲ ਕਰਦਾ ਹੈ। ਉਹ ਇਸਤਰੀ ਜਾਤੀ ਨੂੰ ਬੁਰਾ ਕਹਿਣਾ, ਇਸੇ ਤਰ੍ਹਾਂ ਇਸਤਰੀ ਜਾਤੀ ਨੂੰ ਬੁਰਾ ਕਹਿਣਾ ਜਿਹੜਾ ਹੈ ਉਹ ਠੀਕ ਨਹੀਂ। ਜਿਸ ਤੋਂ ਬਿਨਾਂ ਰਾਜਾ ਵੀ ਜਨਮ ਨਹੀਂ ਲੈ ਸਕਦਾ। ਇਸਤਰੀ ਤੋਂ ਹੀ ਹੋਰ ਇਸਤਰੀ ਪੈਦਾ ਹੁੰਦੀ ਹੈ, ਜਿਸ ਤੋਂ ਬਿਨਾਂ ਮਨੁੱਖ ਜੀਵਨ ਚੱਲ ਹੀ ਨਹੀਂ ਸਕਦਾ। ਇਸ ਪ੍ਰਕਾਰ ਗੁਰੂ ਜੀ ਨੇ ਇਸ ਸ਼ਬਦ ਬਾਣੀ ਵਿੱਚ ਮਨੁੱਖੀ ਜੀਵਨ ਵਿੱਚ ਇਸਤਰੀ ਦੀ ਮਹਾਨਤਾ ਦਰਸਾਉਂਦਿਆਂ ਉਸ ਨੂੰ ਬੁਰਾ ਕਹਿਣ ਤੋਂ ਵਰਜਿਆ ਹੈ। ਵਰਜਿਆ ਮਤਲਬ ਮਨ੍ਹਾ ਕੀਤਾ ਹੈ। ਹੁਣ ਅਸੀਂ ਛੋਟੇ ਉੱਤਰ ਵਾਲੇ ਪ੍ਰਸ਼ਨ ਕਰਾਂਗੇ। ਸੋ ਕਿਉ ਮੰਦਾ ਆਖੀਏ ਸ਼ਬਦ ਬਾਣੀ ਦਾ ਕੇਂਦਰੀ ਭਾਵ ਕੀ ਹੈ? ਮਨੁੱਖੀ ਜੀਵਨ ਦਾ ਜਨਮ ਤੋਂ ਮਰਨ ਤੱਕ ਹਰ ਪੜਾਅ ਇਸਤਰੀ ਨਾਲ ਜੁੜਿਆ ਹੋਇਆ ਹੈ। ਇਸਤਰੀ ਤੋਂ ਬਾਹਰਾ ਕੇਵਲ ਪਰਮਾਤਮਾ ਹੈ, ਮਨੁੱਖ ਨਹੀਂ। ਰਾਜੇ ਵੀ ਉਸ ਤੋਂ ਜਨਮ ਲੈਂਦੇ ਹਨ। ਇਸ ਕਰਕੇ ਇਸਤਰੀ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਜਾਂ ਮਾੜਾ ਨਹੀਂ ਕਹਿਣਾ ਚਾਹੀਦਾ। ਕਿਹੜੇ ਮੁੱਖ ਪਰਮਾਤਮਾ ਦੇ ਦਰਬਾਰ ਦੇ ਵਿੱਚ ਸੋਹਣੇ ਲੱਗਦੇ ਹਨ। ਭਾਵੇਂ ਕੋਈ ਮਰਦ ਹੈ ਜਾਂ ਇਸਤਰੀ, ਜਿਹੜੇ ਮੁੱਖ ਵੀ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ, ਯਾਨੀ ਕਿ ਜਿਹੜੇ ਪਰਮਾਤਮਾ ਦੀ ਨਾਮ ਜਪਦੇ ਹਨ, ਉਹਨਾਂ ਦੀ ਸਿਫਤਾਂ ਕਰਦੇ ਹਨ, ਉਹਨਾਂ ਦੇ ਮੱਥੇ ਭਾਗਾਂ ਵਾਲੇ ਹੁੰਦੇ ਹਨ। ਅਤੇ ਅਜਿਹੇ ਮੁੱਖ ਹੀ, ਮੁੱਖ ਮਤਲਬ ਮੂੰਹ ਹੀ ਉਸ ਸੱਚੇ ਪਰਮਾਤਮਾ ਦੇ ਦਰਬਾਰ ਦੇ ਵਿੱਚ ਸੌਂਪਦੇ ਹਨ। ਹੁਣ ਹਨ
अति छोटे यानी कि एक शब्द वाले प्रश्न उत्तर या बहुविकल्पी ऑप्शन वाले प्रश्न उत्तर। सो क्यों मंदा आखिए बानी किस दी रचना है? इसका उत्तर आएगा श्री गुरु नानक देव जी। उपर जिहड़ा प्रश्न पूछा गया है वो एक शब्द दे विच पूछा गया है। हुण जिहड़ा प्रश्न है वो ऑप्शन दे विच यानी कि बहुविकल्पी दिता गया है। प्रश्न उही है, इसका भी उत्तर आएगा गुरु नानक देव जी। अगे है तुहाडी पाठ पुस्तक ਸਾਹਿਤ माला विच शामिल गुरु नानक देव जी की बानी कविता केड़ी है? यानी कि ਸਾਹਿਤ माला दे विच जिहड़ी बानी दिती गई है गुरु नानक देव जी की ਜਾਂ कविता दिती गई है वो केड़ी है? उसका नाम आवेगा सो क्यों मंदा आखिए। अगला प्रश्न है ਸਾਹਿਤ माला पुस्तक दे विच संग्रहित गुरु नानक देव जी ते किसे एक बाणी का नाम लिखो। इसका भी उत्तर सो क्यों मंदा आखिए। पंड जम्मीए पंड निमीए पंड मंगन विआह, एक कावी सत्र मतलब ये जिहड़ी कविता दीयां लाइनां हन किस दी रची हुई है? इसका उत्तर आवेगा श्री गुरु नानक देव जी। मनुख दा मंगनी विआह किस नाल हुंदा है? इसका उत्तर है इस्त्री दे नाल। तुसी इसका उत्तर औरत भी लिख सकते हो। संसार दी उत्पत्ति दा सिलसिला किस राही चलता है? इसका उत्तर है इस्त्री राही। मनुख दे एक दूजे नाल संबंध ते रिश्तेदारी किस करके बनती है? मनुख दा एक दूजे दे नाल संबंध या रिश्तेदारियां जड़ियां हन वो इस्त्री करके ही बनदियां हन। सो क्यों मंदा आखिए संखेप विच इस्त्री तो बिना किस दी होंद स्वीकार की गई है? यानी कि इस्त्री तो बिना सिर्फ परमात्मा की ही होंद है जिहड़ी स्वीकार की गई है। गुरु नानक देव जी अनुसार किस दी सिफत नाल सच्चे दरबार विच कदर पैंदी है? इसका उत्तर है परमात्मा दी। गुरु जी अनुसार डैश दी सिफत सलाह करन नाल बच्चे दरबार दे विच यानी कि उन्हां दी कदर पैंदी है। उस दे जिहड़ी खाली थां दे रखी है उसका उत्तर कि तुसी की लिखोगे? परमात्मा। राजे किस तो जन्म लैंदे हन? राजे इस्त्री तो ही जन्म लैंदे हन। गुरु नानक देव जी अनुसार पंडे बाहरा कौन है? यानी कि पंडे बाहरा यानी कि इस्त्री तो बाहर कौन है? परमात्मा। परमात्मा दे गुण गाउण वाली जीव इस्त्री दे मत्थे उत्ते की शोभदा है? यानी कि जिहड़े परमात्मा दा गुण गाउंदे हन, जिहड़ी इस्त्री परमात्मा दे गुण गाउंदी है वो उस दे मत्थे उत्ते भागां दी मनी शोभदी है। अगला प्रश्न है पंड शब्द का की अर्थ है जां पंड किसनूं कहा जाता है? इसका उत्तर आवेगा इस्त्री। इस कविता दे विच इस बाणी दे विच पंड जिहड़ा शब्द है वो इस्त्री लई वरतिया गया है। सो क्यों मंदा आखिए शब्द विच मनुख नूं किसनूं मंदा कहण तो वरजिया गया है? इसका उत्तर है इस्त्री नूं। सो क्यों मंदा आखिए शब्द विच किस दी महानता दसी गई है? इसका भी उत्तर इस्त्री ही आवेगा। गुरु नानक देव जी ने डैश नूं मंदा कहण तो वरजिया है। वाक विच इस दे विच खाली थां भरांगे तो इसका उत्तर आवेगा इस्त्री। परमात्मा दे सच्चे दरबार विच कौन उजले मुख वाले हुंदे हन? यानी कि परमात्मा दे दरबार दे विच ओही उजले मुख वाले हुंदे हन जिहड़े कि परमात्मा दी सिफत सलाह करते हन। सो क्यों मंदा आखिए गुरु नानक देव जी की किहड़ी बाणी विचों लिया गया है? ये जिहड़ा श्लोक है वो गुरु नानक देव जी की बाणी आसा दी वार दे विचों लिता गया है। अगे हन खाली थावां। पंड जम्मीए पंड निमीए पंड विआह, इसका उत्तर आवेगा मंगन। पंडू होवे दोस्ती डैश चले राह, पंडू होवे दोस्ती पंडू चले राह। सो क्यों डैश आखिए जित जम्मे राजान, सो क्यों
ਮੰਦਾ ਆਖੀਏ ਜਿਤ ਜੰਮੇ ਰਾਜਾਨ। ਇਹਦਾ ਮਤਲਬ ਹੈ ਕਿ ਉਸ ਨੂੰ ਅਸੀਂ ਮੰਦਾ ਕਿਉਂ ਆਖਦੇ ਹਾਂ, ਉਸ ਨੂੰ ਅਸੀਂ ਸਾਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਜਿਨਨੇ ਕਿ ਰਾਜਿਆਂ ਤੱਕ ਨੂੰ ਪੈਦਾ ਕੀਤਾ ਹੈ। ਅੱਗੇ ਦੇਖੋ, ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ। ਇਸ ਦਾ ਉੱਤਰ ਆਵੇਗਾ 1469 ਈਸਵੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਗੁਰੂ ਨਾਨਕ ਦੇਵ ਜੀ ਨੇ ਕਿਹੜੇ ਧਰਮ ਦੀ ਨੀਂਹ ਰੱਖੀ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ। ਸ਼੍ਰੀ ਗੁਰੂ ਨਾਨਕ ਦੇਵ ਜੀ ਸ਼ਾਹਕਾਰ ਰਚਨਾ ਕਿਹੜੀ ਹੈ, ਯਾਨੀ ਕਿ ਉਹਨਾਂ ਦੇ ਵੱਲੋਂ ਜਿਹੜੀ ਸ਼ਾਹਕਾਰ ਰਚਨਾ ਲਿਖੀ ਗਈ ਹੈ ਉਹ ਕਿਹੜੀ ਹੈ, ਜਪਜੀ ਸਾਹਿਬ। ਗੁਰੂ ਨਾਨਕ ਦੇਵ ਜੀ ਕਿਸ ਕਾਵੀ ਧਾਰਾ ਦੇ ਮੋਢੀ ਦਾ ਮਤਲਬ ਹੁੰਦਾ ਹੈ ਪਹਿਲੇ, ਜਾਂ ਜਿਨ੍ਹਾਂ ਵੱਲੋਂ ਕਵਿਤਾਵਾਂ ਦੀ ਸ਼ੁਰੂਆਤ ਕੀਤੀ ਗਈ ਸੀ ਉਹ ਕਿਹੜੇ ਸਨ, ਗੁਰਮਤਿ ਕਾਵੀ ਧਾਰਾ। ਗੁਰੂ ਨਾਨਕ ਦੇਵ ਜੀ ਨੇ ਕਿੰਨੇ ਰਾਗਾਂ ਵਿੱਚ ਬਾਣੀ ਰਚੀ। ਇਸ ਦਾ ਉੱਤਰ ਹੈ 19 ਰਾਗਾਂ ਦੇ ਵਿੱਚ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਕਿਸ ਮਹਾਨ ਗ੍ਰੰਥ ਵਿੱਚ ਦਰਜ ਹੈ। ਇਸ ਦਾ ਉੱਤਰ ਆਵੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਰਜ ਹੈ। ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾਏ। ਇਸ ਦਾ ਉੱਤਰ ਆਵੇਗਾ 1539 ਈਸਵੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ।